ਅੱਜ ਦਾ ਸਾਡਾ ਲੈਕਚਰ ਹੈਗਾ ਆ ਇਲੈਕਟ੍ਰਿਕ ਫਲਕਸ। ਇਲੈਕਟ੍ਰਿਕ ਫਲਕਸ ਕੀ ਹੁੰਦੀ ਹੈ? ਇਲੈਕਟ੍ਰਿਕ ਫਲਕਸ ਹੁੰਦੀ ਹੈ ਕਿ ਟੋਟਲ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ ਪਾਸਿੰਗ from any surface or area normally। मतलब कि आ एक साडे कोल सरफेस आ और इस डायरेक्शन चो मैग्नेटिक फील्ड आ रही है और इहदे विचों पास हो गई है। इस सरफेस विचों इदां आउंदी होई मैग्नेटिक फील्ड पास हो गई और कितनी मैग्नेटिक फील्ड लाइन पास हो गई गिणती च ओनू आपां की कहते हैं इलैक्ट्रिक फ्लक्स। मतलब electric flux is total number of electric field lines passing from area, मतलब किसी भी एरिया चो वो पास हुई है। किदा passing from area normally 90 डिग्री ਦੀ। मतलब ਇਹਨੂੰ ਸਮਝਣ ਦੇ ਲਈ ਅਸੀਂ ਇੱਕ ਛੋਟੀ ਜੀ ਫਿਗਰ ਡਰਾ ਕਰਦੇ ਹਾਂ। मैं कहना कि मेरे पास आ एक कोई एक एरिया है, ठीक है, और इधरों कोई इलेक्ट्रिक फील्ड लाइन्स आ रही हैं इस तरीके बजियां, इस तरीके बाहर चल गई, इस तरीके बजी पास होके बाहर चले गई, इस तरीके बजी पास होके बाहर चले गई, इधर बजी पास होके बाहर चले गई। ओके, हुण आ इलैक्ट्रिक फ्लक्स आ। मतलब जे मैं इत्थे 4 लाइनां ड्रॉ करतीआं 1 2 3 4 ਇਹਦਾ मतलब फ्लक्स 4 हो गई। ਅਸੀਂ ਇਹਨੂੰ ਨੂਮੈਰੀਕਲ ਬਾਅਦ ਚ ਸਮਝਾਂਗੇ ਕਿ ਸਾਡੇ ਕੋਲ ਇਲੈਕਟ੍ਰਿਕ ਫਲਕਸ ਕੀ ਆ ਕਿ ਟੋਟਲ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨ ਪਾਸਿੰਗ ਫਰੋਮ ਏਰੀਆ ਨਾਰਮਲੀ। ਕਿਸੇ ਵੀ ਏਰੀਆ ਚੋਂ ਉਹ ਨਾਰਮਲੀ ਕੀ ਹੋ ਗਈਆਂ ਮੇਰਾ ਬੇਟਾ ਪਾਸ ਹੋ ਗਈਆਂ, ਉਹ ਜਿਹੜੀਆਂ ਟੋਟਲ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ ਆ ਉਹਨੂੰ ਹੀ ਆਪਾਂ ਨੇ ਕੀ ਕਹਿਤਾ ਆ ਫਲਕਸ ਕਹਿ ਦਿੱਤਾ ਆ। ਔਰ ਇੱਥੇ ਆਪਾਂ ਇਲੈਕਟ੍ਰਿਕ ਫਲਕਸ ਨੂੰ ਡਿਨੋਟ ਕਿੰਨਾ ਕਰਨਾ ਆ φ ਦੇ ਨਾਲ। मतलब इलैक्ट्रिक फ्लक्स ਨੂੰ φ ਦੇ ਨਾਲ ਡਿਨੋਟ ਕਰਨਾ ਹੈ ਇਲੈਕਟ੍ਰਿਕ ਫਲਕਸ। ਹੁਣ ਇਲੈਕਟ੍ਰਿਕ ਫਲਕਸ ਕਿ ਜਿਹੜੇ ਕਿਹੜੇ ਕੰਪੋਨੈਂਟ ਤੇ ਡਿਪੈਂਡ ਕਰਦੀ ਆ ਉਹਨੂੰ ਸਮਝਣ ਲਈ ਸਾਨੂੰ ਇੱਥੇ ਇੱਕ ਹੋਰ ਚੀਜ਼ ਸਮਝਣੀ ਪੈਣੀ ਆ। ਉਹ ਕੀ ਹੈ? ਉਹ ਸਾਡੇ ਕੋਲ ਹੈਗਾ ਏਰੀਆ ਵੈਕਟਰ। ਓਕੇ, ਹੁਣ ਇੱਥੇ ਸੁਣਨ ਤੇ ਹੀ ਗੱਲ ਥੋੜੀ ਜਿਹੀ ਡਿਫਰੈਂਟ ਆ ਕਿ ਏਰੀਆ ਤਾਂ ਇੱਕ ਸਕੇਲਰ ਕੁਆਂਟੀਟੀ ਆ, ਏਰੀਆ ਇੱਕ ਵੈਕਟਰ ਕੁਆਂਟੀਟੀ ਨਹੀਂ ਹੈਗੀ ਆ। पर फिर भी मैं लिखिया एरिया वैक्टर। ਇਹਦਾ मतलब कि इस कंसेप्ट ਦੇ ਵਿੱਚ ਇਲੈਕਟ੍ਰਿਕ ਫਲਕਸ ਦੇ ਵਿੱਚ ਆਪਾਂ ਏਰੀਆ ਨੂੰ ਇੱਕ ਟ੍ਰੀਟ ਕਰਨਾ ਵੈਕਟਰ ਕੁਆਂਟੀਟੀ ਵਾਂਗੂ। मतलब in this area act as the vector quantity। और जे ਉਹਦਾ मैग्नीट्यूड ਤਾਂ ਪਤਾ ਲੱਗ ਜਾਏਗਾ, ਇਹਦੀ ਲੈਂਥ ਕਿੰਨੀ ਹੈ, ਇਹਦੀ ਬ੍ਰੈਥ ਕਿੰਨੀ, ਲੈਂਥ ਨੂੰ ਬ੍ਰੈਥ ਨਾਲ ਮਲਟੀਪਲਾਈ ਕੀਤਾ ਏਰੀਆ ਕੱਢ ਲਿਆ। ਬਟ ਕੁਐਸਚਨ ਇਹਦੀ ਡਾਇਰੈਕਸ਼ਨ ਦਾ ਆਇਆ ਕਿ ਏਰੀਆ ਦੀ ਡਾਇਰੈਕਸ਼ਨ ਕੀ ਹੋਊਗੀ। ਤਾਂ ਇਟਸ ਅ ਡਾਇਰੈਕਸ਼ਨ ਇਜ਼ ਆਊਟਵਰਡ। ਉਹਦੀ ਡਾਇਰੈਕਸ਼ਨ ਹਮੇਸ਼ਾ ਏਰੀਆ ਦੇ ਸਰਫੇਸ ਦੇ ਬਾਹਰਲੀ ਸਾਈਡ ਨੂੰ ਹੋਣੀ ਹੈ। ਉਦਾਹਰਨ ਦੇ ਤੌਰ ਤੇ मैं एक सरफेस ड्रॉ करदा इस तरीके ना, और ये मेरे पास सरफेस है, और इस सरफेस तो मैं ऊपर नू एक एरिया दा एस लिख सकते सी, एक सरफेस दा एक एरिया दा एक वैक्टर बनाना जेड़ा कि सरफेस दे प्लेन दे नाल 90 डिग्री ते है, मतलब बाहर नू आ। इस नू समझण दे लई एक बार असी दो जगह दे दिया। मान लो कि आ मेरे पास ऑरेंज कलर रिप्रेजेंट करता एरिया वैक्टर नु। ਤਾਂ ਆ ਸਾਡੇ ਕੋਲ ਇੱਕ ਏਰੀਆ ਸਰਫੇਸ ਆ ਸਾਡੇ ਕੋਲ, ਔਰ ਇਹਦੇ ਉੱਤੇ ਮੈਂ ਇਸ ਤਰੀਕੇ ਨਾਲ ਇੱਕ ਮਾਰਕਰ ਟਿਕਾ ਦਿੱਤਾ। ਹੁਣ ਇਹ ਜਿਹੜਾ ਮਾਰਕਰ ਆ
ਇਹ ਰਿਪਰੈਜ਼ੈਂਟ ਕਰਦਾ ਡਾਇਰੈਕਸ਼ਨ ਆਫ ਏਰੀਆ, ਇਹ ਰਿਪਰੈਜ਼ੈਂਟ ਕਰਦਾ ਡਾਇਰੈਕਸ਼ਨ ਆਫ ਏਰੀਆ, मतलब ਆਹ ਵਾਲੇ ਸਰਫੇਸ ਦੇ ਕਿੱਧਰਲੀ ਡਾਇਰੈਕਸ਼ਨ ਨੂੰ ਆ, ਬਾਹਰ ਨੂੰ ਆ, ਆਊਟਵਰਡ ਨੂੰ ਆ, ਠੀਕ ਹੈ ਨਾ ਮੇਰਾ ਬੇਟਾ, ਇਸ ਤਰੀਕੇ ਨਾਲ। ਔਰ ਇਹ ਜਿਹੜਾ ਪਲੇਨ ਆਫ ਸਰਫੇਸ ਆ ਉਹਦੇ ਕਿੰਨੇ ਐਂਗਲ ਤੇ ਆ, 90 ਡਿਗਰੀ ਤੇ ਆ। ਔਰ ਜੇ ਮੈਂ ਇਦਾਂ ਦੀ ਕੋਈ ਇੱਕ ਬॉडी ਲੈਣਾ ਤੇ ਮੈਂ ਕਹਿੰਦਾ ਇੱਕ ਆਹ ਸਰਫੇਸ ਆ, ਮੇਰੇ ਪਾਸ ਆਹ ਵਾਲਾ ਇੱਕ ਸਰਫੇਸ ਆ, ਔਰ ਮੈਂ ਇਸ ਸਰਫੇਸ ਦਾ ਏਰੀਆ ਵੈਕਟਰ ਦੀ ਗੱਲ ਕਰਾਂ ਤੇ ਇਦਾਂ ਰੱਖਣ ਦੇ ਦਾ ਏਰੀਆ ਵੈਕਟਰ ਬਾਹਰ ਨੂੰ ਕਿੱਧਰ ਨੂੰ ਆ, ਇਸ ਬॉडी ਦੇ ਇੱਧਰ ਨੂੰ ਆਊਟਵਰਡ, ਮੈਂ ਇੱਧਰ ਨੂੰ ਰੱਖ ਲੂੰਗਾ। ਜੇ ਮੈਂ ਇਸ ਸਰਫੇਸ ਦੀ ਗੱਲ ਕਰਾਂ ਤੇ ਮੈਂ ਇੱਧਰ ਨੂੰ ਬਾਹਰ ਨੂੰ ਆਊਟਵਰਡ ਰੱਖ ਲਾਂਗਾ। ਜੇ ਮੈਂ ਇੱਧਰ ਦੀ ਗੱਲ ਕਰਾਂ ਇੱਧਰ ਨੂੰ, ਜੇ ਮੈਂ ਉੱਪਰ ਦੀ ਗੱਲ ਕਰਾਂ ਉੱਪਰ ਨੂੰ। मतलब ਏਰੀਆ ਖੁਦ ਸਕੇਲਰ ਕੁਆਂਟੀਟੀ ਆ, ਬਟ ਇਸ ਕੇਸ 'ਚ ਅਸੀਂ ਇਹਨੂੰ ਟ੍ਰੀਟ ਕਰਨਾ ਐਜ਼ ਅ ਵੈਕਟਰ ਕੁਆਂਟੀਟੀ। ਔਰ ਇਹਦਾ ਜਿਹੜਾ ਸਾਡੇ ਕੋਲ ਡਾਇਰੈਕਸ਼ਨ ਆ ਉਹਦੀ ਅਸੀਂ ਉਹਨੂੰ ਆਊਟਵਰਡ ਲੈਣਾ, ਠੀਕ ਹੈ, ਇਸ ਤਰੀਕੇ ਨਾਲ ਬਾਹਰ ਨੂੰ। ਇਸ ਕਰਕੇ ਮੈਂ ਇਸ ਨੂੰ ਐਸ ਵੈਕਟਰ ਨਾਲ ਲਿਖ ਲਿਆ। ਤੁਸੀਂ ਏਰੀਆ ਵੈਕਟਰ A ਨਾਲ ਰਿਪਰੈਜ਼ੈਂਟ ਕਰਨਾ ਤੇ A ਨਾਲ ਕਰ ਸਕਦੇ ਆ, ਇਹਦੇ ਵਿੱਚ ਕੋਈ ਏਡੀ ਵੱਡੀ ਪ੍ਰੋਬਲਮ ਨਹੀਂ, ਠੀਕ ਹੈ। A ਨਾਲ ਡਿਨੋਟ ਕਰ ਲਓ ਜਾਂ S ਨਾਲ, ਆਪਾਂ ਇੱਥੇ ਰਿਪਰੈਜ਼ੈਂਟ ਕਰਦੇ ਆ S ਨਾਲ, ਸਰਫੇਸ ਸਾਡੇ ਕੋਲ, ਠੀਕ ਹੈ। ਹੁਣ ਇੱਥੇ ਦੋ ਗੱਲਾਂ ਕਲੀਅਰ ਹੋ ਗਈਆਂ ਸਾਡੇ ਪਾਸ ਕਿ ਇੱਕ ਇਲੈਕਟ੍ਰਿਕ ਫਲਕਸ ਕੀ ਹੁੰਦੀ ਹੈ। ਇਲੈਕਟ੍ਰਿਕ ਫਲਕਸ ਹੁੰਦੀ ਹੈ ਕਿ ਕਿੰਨੀਆਂ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ ਕਿਸੇ ਸਰਫੇਸ ਚੋਂ ਨਾਰਮਲੀ ਪਾਸ ਆਊਟ ਹੋ ਗਈਆਂ, ਦੈਟਸ ਇਲੈਕਟ੍ਰਿਕ ਫੀਲਡ। ਓਕੇ, ਤੇ ਦੂਸਰਾ ਕਿ ਜੇ ਅਸੀਂ ਹੁਣ ਇਸ ਨੂੰ ਅੱਗੇ ਸਟੱਡੀ ਕਰਨਾ ਆ ਇਲੈਕਟ੍ਰਿਕ ਫਲਕਸ ਨੂੰ ਕਿ ਕਿੰਨੀਆਂ ਇਲੈਕਟ੍ਰਿਕ ਫੀਲਡ ਲਾਈਨਸ ਕਿਸੇ ਸਰਫੇਸ ਚੋਂ ਪਾਸ ਹੋ ਗਈਆਂ, ਤੇ ਸਾਨੂੰ ਉਸ ਲਈ ਪਤਾ ਹੋਣਾ ਚਾਹੀਦਾ ਕਿ ਏਰੀਆ ਵੈਕਟਰ ਕੀ ਹੁੰਦਾ। ਔਰ ਏਰੀਆ ਵੈਕਟਰ ਕੀ ਹੈ, ਇਨ ਦਿਸ ਏਰੀਆ ਐਕਟ ਐਜ਼ ਅ ਵੈਕਟਰ ਕੁਆਂਟੀਟੀ, ਇੱਕ ਵੈਕਟਰ ਕੁਆਂਟੀਟੀ ਵਾਂਗੂ ਉਹ ਐਕਟ ਕਰਦਾ ਆ। ਐਂਡ ਇਟਸ ਡਾਇਰੈਕਸ਼ਨ ਇਜ਼ ਆਊਟਵਰਡ, ਤੇ ਉਹਦੀ ਡਾਇਰੈਕਸ਼ਨ ਹਮੇਸ਼ਾ ਬਾਹਰ ਨੂੰ ਆ, ਨਾਰਮਲ ਆ ਕਿਹਦੇ, ਪਲੇਨ ਆਫ ਸਰਫੇਸ ਦੇ ਉੱਤੇ। ਹੁਣ ਸਾਡੇ ਦਿਮਾਗ 'ਚ ਸੈਕਿੰਡ ਗੱਲ ਆਉਂਦੀ ਆ ਕਿ ਮੈਂ ਇਹ ਤਾਂ ਕਹਿ ਚੁੱਕਿਆ ਆ ਕਿ ਕਿੰਨੀਆਂ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ ਕਿਸੇ ਸਰਫੇਸ ਚੋਂ ਪਾਸ ਕਰਦੀਆਂ ਆ, ਬਟ ਇੰਪੋਰਟੈਂਟ ਕੁਐਸਚਨ ਨੈਕਸਟ ਆ ਕਿ ਇਹ ਫਾਈਂਡ ਆਊਟ ਕਿੱਦਾਂ ਕਰ ਸਕਦੇ ਆ ਕਿ ਕਿੰਨੀਆਂ ਇਲੈਕਟ੍ਰਿਕ ਫੀਲਡ ਲਾਈਨਸ ਤੇ ਕਿੰਨੀਆਂ ਪਾਸ ਹੋਈਆਂ। ਤੇ ਉਹਨੂੰ ਪਤਾ ਕਰਨ ਲਈ ਅਸੀਂ ਇੱਕ ਬਾਈ ਇੱਕ ਕੇਸ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੀ ਜਿਹੜੀ ਗੱਲ ਆ ਕਿ ਜਿਹੜੀ ਸਾਡੇ ਕੋਲ ਇਲੈਕਟ੍ਰਿਕ ਫਲਕਸ ਆ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਆ, मतलब ਜਿਹੜੀ ਸਾਡੇ ਕੋਲ ਅਸੀਂ ਕਹਿ ਰਹੇ ਹਾਂ ਕਿ ਇਲੈਕਟ੍ਰਿਕ ਫਲਕਸ ਆ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਕਾਦੇ, ਇਲੈਕਟ੍ਰਿਕ ਫੀਲਡ ਦੇ। मतलब इलेक्ट्रिक फ्लक्स फाई ਜਿਹੜੀ ਆ ਉਹ ਡਾਇਰੈਕਟਲੀ ਆ ਕਿ ਇਹਦੇ E ਦੇ, ਜਿੰਨੀ ਜ਼ਿਆਦਾ ਇਲੈਕਟ੍ਰਿਕ ਫੀਲਡ ਹੋਏਗੀ ਉਨੀ ਜ਼ਿਆਦਾ ਇਲੈਕਟ੍ਰਿਕ ਫਲਕਸ ਹੋਏਗੀ। ਇਹਨੂੰ ਸਮਝਣ ਲਈ ਆਪਾਂ ਪਹਿਲਾਂ ਦੋ ਗੱਲਾਂ ਸਮਝੀਏ ਕਿ ਵੀਕ ਇਲੈਕਟ੍ਰਿਕ ਫੀਲਡ ਦੀਆਂ ਜਿਹੜੀਆਂ ਇਲੈਕਟ੍ਰਿਕ ਫੀਲਡ ਲਾਈਨਸ ਆ ਉਹਨੂੰ ਅਸੀਂ ਦੂਰ ਦੂਰ ਡਰਾ ਕਰਦੇ ਆ, ਔਰ ਸਟਰੋਂਗ ਇਲੈਕਟ੍ਰਿਕ ਫੀਲਡ ਦੀਆਂ ਲਾਈਨਸ ਨੂੰ ਅਸਲੀ ਕਲੋਜ਼ ਰਿਪਰੈਜ਼ੈਂਟ ਕਰਦੇ ਆ, ਠੀਕ ਹੈ। ਸਟਰੋਂਗ ਇਲੈਕਟ੍ਰਿਕ ਫੀਲਡ, ਹੁਣ ਜੇ ਮੈਂ ਇਹ ਕੋਈ ਸਰਫੇਸ ਵੀਕ ਇਲੈਕਟ੍ਰਿਕ ਫੀਲਡ ਚ ਰੱਖਾਂ, ਇਹੀ ਉਹੀ ਸਰਫੇਸ ਸਟਰੋਂਗ ਇਲੈਕਟ੍ਰਿਕ ਫੀਲਡ ਚ ਰੱਖਾਂ, ਤਾਂ ਦੇਖਣ ਤੇ ਹੀ ਗੱਲ ਕਲੀਅਰ ਆ ਕਿ ਵੀਕ ਇਲੈਕਟ੍ਰਿਕ ਫੀਲਡ ਚ ਘੱਟ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ ਪਾਸ ਹੁੰਦੀਆਂ ਔਰ ਸਟਰੋਂਗ ਦੇ ਵਿੱਚ ਜ਼ਿਆਦਾ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ ਪਾਸ ਹੁੰਦੀਆਂ। ਇਹਦਾ ਮਤਲਬ ਜਿੰਨੀ ਸਟਰੋਂਗ ਇਲੈਕਟ੍ਰਿਕ ਫੀਲਡ ਹੋਏਗੀ ਸਾਡੇ ਪਾਸ, ਠੀਕ ਹੈ, ਇਹਨੂੰ 1 ਲਿਖ ਲੈਂਦੇ, ਇਹਨੂੰ 2 ਲਿਖ ਲੈਂਦੇ, ਔਰ ਜੇ 1 ਗ੍ਰੇਟਰ ਆ, ਸੌਰੀ ਇੱਥੇ ਲੈਸ ਦੈਨ ਆ 2 ਨਾਲੋਂ, ਤੇ flux of the 1 is also less than flux of the 2. flux is a ਸਾਡੇ ਕੋਲ ਸਕੇਲਰ ਕੁਆਂਟੀਟੀ ਹੈ। ਓਕੇ, ਮਤਲਬ ਜਿੰਨੀ ਜ਼ਿਆਦਾ ਇਲੈਕਟ੍ਰਿਕ ਫੀਲਡ ਹੋਊਗੀ ਉਨੀ ਜ਼ਿਆਦਾ ਸਾਡੇ ਕੋਲ ਫਲਕਸ ਹੋਏਗੀ। ਸੈਕਿੰਡ ਕਿ ਆਪਾਂ ਕਿ ਹੁਣ ਸੈਕਿੰਡ ਕੀ ਹੈ ਕਿ ਜਿਹੜੀ ਇਲੈਕਟ੍ਰਿਕ ਫਲਕਸ ਆ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਏਰੀਆ ਦੀ ਜਾਂ ਸਰਫੇਸ ਦੀ। ਇਸ ਨੂੰ ਸਮਝਦੇ ਆ। ਮੈਂ एक यूनिफॉर्म इलेक्ट्रिक फील्ड लेना है केस के लिए, इक्वल जिन्नी, ओके, एक सरफेस एरिया बड़ा लेना, एक सरफेस एरिया छोटा लेना। ओके, हुण नाउ इत्थे देखण ते पता लगदा कि जेदा एरिया ज्यादा आ, मतलब इत्थे साडे कोल A2 ग्रेटर आ A1 नालों, ऑब्वियस है ਇਹਦੇ ਵਿੱਚੋਂ ਇਲੈਕਟ੍ਰਿਕ ਫੀਲਡ ਲਾਈਨਸ ਵੀ ਕੀ ਹੋਈਆਂ, ਜ਼ਿਆਦਾ ਪਾਸ ਆਊਟ ਹੋਈਆਂ। ਮਤਲਬ ਕਿ ਇੱਥੇ ਹੁਣ ਇਹਦੀ ਫਲਕਸ ਵੀ ਜਿਹੜੀ ਆ 1 ਦੀ ਉਹ ਲੈਸ ਦੈਨ ਆ ਕਿਹਦੇ ਨਾਲੋਂ, 2 ਨਾਲੋਂ। ਇਸ ਕਰਕੇ ਅਸੀਂ ਕੀ ਬੋਲਾਂਗੇ ਕਿ ਇਸ ਕੇਸ ਵਿੱਚ ਜਿਹੜੀ ਇਲੈਕਟ੍ਰਿਕ ਫਲਕਸ ਆ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਕਾਦੇ, ਏਰੀਆ ਦੇ। ਮਤਲਬ ਆ ਤਾਂ ਸਾਡੀ ਪਹਿਲੀ ਗੱਲ ਹੋ ਗਈ ਤੇ ਆ ਸਾਡੀ ਦੂਜੀ ਗੱਲ ਹੋ ਗਈ
कि ਜਿਹੜੀ ਇਲੈਕਟ੍ਰਿਕ ਫਲਕਸ ਆ ਮੇਰਾ ਪੁੱਤਰ ਉਹ ਡਾਇਰੈਕਟਲੀ ਫਸਟ ਕੇਸ ਤੇ ਉਹ ਡਾਇਰੈਕਟਲੀ ਆ ਕਾਦੇ ਮੇਰਾ ਬੇਟਾ ਸਾਡੇ ਕੋਲ ਉਹ ਡਾਇਰੈਕਟਲੀ ਆ ਇਲੈਕਟ੍ਰਿਕ ਫੀਲਡ ਤੇ ਜਿੰਨੀ ਜ਼ਿਆਦਾ ਇਲੈਕਟ੍ਰਿਕ ਫੀਲਡ ਸਟਰੋਂਗ ਹੋਏਗੀ ਉਨੀ ਜ਼ਿਆਦਾ ਫਲਕਸ ਹੋਏਗੀ ਉਨੀਆਂ ਜ਼ਿਆਦਾ ਇਲੈਕਟ੍ਰਿਕ ਫੀਲਡ ਲਾਈਨਸ ਕਿਸੇ ਏਰੀਆ ਚੋਂ ਪਾਸ ਆਊਟ ਹੋਣਗੀਆਂ ਔਰ ਸੈਕਿੰਡ ਕੇਸ ਕਿ ਜਿੰਨਾ ਵੱਡਾ ਏਰੀਆ ਹੋਏਗਾ ਉਨੀ ਜ਼ਿਆਦਾ ਇਲੈਕਟ੍ਰਿਕ ਫੀਲਡ ਲਾਈਨਸ ਉਹਦੇ ਵਿੱਚੋਂ ਪਾਸ ਹੋਣਗੀਆਂ ਤੇ ਮੇਰਾ ਬੇਟਾ ਜਿੰਨਾ ਘੱਟ ਏਰੀਆ ਹੋਏਗਾ ਉਨੀ ਘੱਟ ਇਲੈਕਟ੍ਰਿਕ ਫਲਕਸ ਪਾਸ ਹੋਣਗੀਆਂ ਉਨੀ ਘੱਟ ਇਲੈਕਟ੍ਰਿਕ ਫੀਲਡ ਲਾਈਨਸ ਪਾਸ ਹੋਣਗੀਆਂ ਤੇ ਫਲਕਸ ਘੱਟ ਹੋਏਗੀ ਇਹਦਾ ਮਤਲਬ ਇੱਥੇ ਵੀ ਡਾਇਰੈਕਟਲੀ ਹੈ ਏਰੀਆ ਜ਼ਿਆਦਾ ਫਲਕਸ ਜ਼ਿਆਦਾ ਇਲੈਕਟ੍ਰਿਕ ਫੀਲਡ ਜ਼ਿਆਦਾ ਤੇ ਫਲਕਸ ਜ਼ਿਆਦਾ ਇਹ ਦੋ ਕੰਡੀਸ਼ਨਸ ਆਪਾਂ ਡਿਸਕਸ ਕਰ ਲਈਆਂ ਓਕੇ ਹੁਣ ਅਗਲੀ ਕਹਾਣੀ ਇੰਪੋਰਟੈਂਟ ਆ ਹੁਣ ਮੈਂ ਇਹ ਕਹਾਂ ਕਿ ਆ ਮੇਰੇ ਪਾਸ ਇੱਕ ਇਲੈਕਟ੍ਰਿਕ ਫੀਲਡ ਲਾਈਨਸ ਆ ਇਹ ਇਸ ਤਰੀਕੇ ਨਾਲ ਜਾ ਰਹੀ ਸੀ ਔਰ ਇਸ ਤਰੀਕੇ ਨਾਲ ਚੋਂ ਵੱਜ ਕੇ ਪਾਸ ਆਊਟ ਹੋ ਗਈ ਗੁੱਡ ਸਹੀ ਸਮਝ ਆਉਂਦਾ ਹੈ ਕਿ ਇਸ ਤਰੀਕੇ ਨਾਲ ਜਾ ਰਹੀ ਸੀ ਇਸ ਤਰੀਕੇ ਨਾਲ ਚੋਂ ਪਾਸ ਆਊਟ ਹੋ ਜਾਣਾ ਇਸ ਤਰੀਕੇ ਨਾਲ ਚਲੇ ਜਾਣਾ ਚੋਂ ਪਾਸ ਆਊਟ ਹੋ ਗਿਆ ਨਾ ਬਟ ਜੇ ਹੁਣ ਇਦਾਂ ਆਵੇ ਤਾਂ ਮੈਂ ਏਰੀਆ ਵੀ ਇਹੀ ਰੱਖਾਂ ਇਸ ਇਹਦੇ ਵਿੱਚ ਇਲੈਕਟ੍ਰਿਕ ਫੀਲਡ ਵੀ ਇਹੀ ਰੱਖਾਂ ਬਸ ਕੀ ਚੇਂਜ ਕਰ ਦਵਾਂ ਜਿਹੜੀ ਏਰੀਆ ਦਾ ਪੋਜੀਸ਼ਨ ਆ ਸਾਡੇ ਕੋਲ ਏਰੀਆ ਦੀ ਉਹ ਸਰਫੇਸ ਦੀ ਪੋਜੀਸ਼ਨ ਆ ਦੈਨ ਜਿਹੜੀ ਇਲੈਕਟ੍ਰਿਕ ਫੀਲਡ ਲਾਈਨਸ ਉਹ ਇਸ ਏਰੀਆ ਚੋਂ ਤਾਂ ਪਾਸ ਹੀ ਨਹੀਂ ਹੋਣੀ ਉਹ ਸਿੱਧੇ ਪਾਸ ਹੋ ਗਏ ਪਹਿਲਾਂ ਪਾਸ ਹੋ ਰਹੀ ਸੀ ਜੇ ਚੇਂਜ ਕਰ ਦਿੱਤਾ ਤਾਂ ਪਾਸ ਨਹੀਂ ਹੋਣੀ ਸਿੱਧੀ ਨਿਕਲ ਗਈ ਹੁਣ ਇਸ ਫਿਨੋਮੀਨੇ ਨੂੰ ਐਕਸਪਲੇਨ ਕਰ ਲਈ ਸਾਡਾ ਵੈਕਟਰ ਇਸਤੇਮਾਲ ਹੋਣਾ ਕਿ ਕਿਸ ਤਰੀਕੇ ਨਾਲ ਅਸੀਂ ਤੀਸਰੀ ਕੰਡੀਸ਼ਨ ਨੂੰ ਡਿਸਕਸ ਕਰਦੇ ਹਾਂ ਅਸੀਂ ਹੁਣ ਤੀਸਰੀ ਕੰਡੀਸ਼ਨ ਨੂੰ ਡਿਸਕਸ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਇੱਕ ਵਾਰ ਦੁਬਾਰਾ ਦੇਖ ਲੈਂਦੇ ਹਾਂ ਕਿ ਅਸੀਂ ਪੜ੍ਹ ਰਹੇ ਹਾਂ ਇਲੈਕਟ੍ਰਿਕ ਫਲਕਸ ਔਰ ਇਲੈਕਟ੍ਰਿਕ ਫਲਕਸ ਹੁੰਦੀਆਂ ਕਿ ਟੋਟਲ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ ਕਿੰਨੀਆਂ ਪਾਸ ਆਊਟ ਹੋ ਗਈਆਂ ਕਿਸੇ ਸਰਫੇਸ ਦੇ ਵਿੱਚੋਂ ਤੇ ਉਹ ਸਮਝਣ ਲਈ ਸਾਨੂੰ ਇੱਕ ਕੀ ਸਮਝਣਾ ਪਿਆ ਏਰੀਆ ਵੈਕਟਰ ਕਿ ਏਰੀਆ ਇੱਕ ਸਕੇਲਰ ਕੁਆਂਟੀਟੀ ਹੈ ਬਟ ਇਹਦੇ ਵਿੱਚ ਆਪਾਂ ਟ੍ਰੀਟ ਕਰਾਂਗੇ ਐਜ਼ ਵੈਕਟਰ ਕੁਆਂਟੀਟੀ ਤੇ ਦੀ ਡਾਇਰੈਕਸ਼ਨ ਹਮੇਸ਼ਾ ਆਊਟਵਰਡ ਹੋਏਗੀ 90 ਡਿਗਰੀ ਤੇ ਬਾਹਰ ਨੂੰ ਹੋਏਗੀ ਇਹ ਗੱਲ ਦਿਮਾਗ 'ਚ ਰੱਖਣਾ ਨਾਓ ਥਰਡ ਕੀ ਕਹਿੰਦੀ ਸਾਨੂੰ ਥਰਡ ਕੇਸ ਦੀ ਹੀ ਗੱਲ ਕਰਾਂਗੇ Okay. ਹੁਣ ਥਰਡ ਠੀਕ ਹੈ ਮੇਰਾ ਬੇਟਾ ਓਕੇ ਹੁਣ ਮੈਂ ਕੀ ਕਹਿਣਾ ਕਿ ਮੈਂ ਇੱਕ ਇਸ ਤਰੀਕੇ ਨਾਲ ਇਲੈਕਟ੍ਰਿਕ ਫੀਲਡ ਲੈਣਾ ਇਸ ਤਰੀਕੇ ਨਾਲ ਇਲੈਕਟ੍ਰਿਕ ਫੀਲਡ ਲੈਣਾ ਇੱਕ ਇੱਕੋ ਇਲੈਕਟ੍ਰਿਕ ਫੀਲਡ ਲੈਣਾ ਔਰ ਜਿਹੜਾ ਸਰਫੇਸ ਪਹਿਲਾਂ ਅਸੀਂ ਇਸ ਤਰੀਕੇ ਨਾਲ ਰੱਖਦੇ ਸੀਗੇ ਠੀਕ ਹੈ ਹੁਣ ਉਹਨੂੰ ਟੇਢਾ ਕਰ ਦਿੰਦੇ ਇਸ ਨੂੰ ਕੁਛ ਇਸ ਤਰੀਕੇ ਨਾਲ ਰੱਖ ਦਿੰਦਾ ਹੁਣ ਔਰ ਇਸ ਦੇ ਉੱਤੇ ਜਿਹੜਾ ਏਰੀਆ ਵੈਕਟਰ ਆ ਉਹ ਇਸ ਤਰੀਕੇ ਨਾਲ ਬਾਹਰ ਨੂੰ ਜਾਏਗਾ ਏਰੀਆ ਮਤਲਬ ਉਹ ਪਲੇਨ ਦੇ ਨਾਲ 90 ਡਿਗਰੀ ਨਾਲ ਇਲੈਕਟ੍ਰਿਕ ਫੀਲਡ ਇੱਧਰ ਨੂੰ ਜਾ ਰਹੀ ਹੈ ਤੇ ਉੱਥੇ ਐਂਗਲ ਹੁਣ ਕਿੰਨਾ ਬਣ ਗਿਆ ਥੀਟਾ ਹੁਣ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਮੈਂ ਹੁਣ ਇੱਥੇ ਕੰਪੋਨੈਂਟ ਲੈ ਲਿਆ ਕਿ ਥੀਟਾ ਬਈ ਬਟ ਉਹ ਥੀਟਾ ਕਿਹੜਾ ਹੋਏਗਾ ਸਾइन ਜਾਂ cos ਦਾ ਤੇ ਉਸ ਨੂੰ ਅਸੀਂ ਸਮਝਣ ਲਈ ਕੀ ਕਹਿੰਦੇ ਆ ਹੁਣ ਮੇਰੇ ਪਾਸ ਆ ਇੱਕ ਸਾਡੇ ਪਾਸ ਸਰਫੇਸ ਆ ਮੈਂ ਕਹਿੰਦਾ ਕਿ ਆ ਵਾਲਾ ਸਰਫੇਸ ਹੈ ਠੀਕ ਹੈ ਇਸ ਤਰੀਕੇ ਨਾਲ ਔਰ ਆ ਜਿਹੜਾ ਸਾਡੇ ਕੋਲ orange ਮਾਰਕਰ ਹੈ ਰਿਪਰੈਜ਼ੈਂਟ ਕਰਦਾ ਆ ਯੂਨਿਟ ਵੈਕਟਰ ਨੂੰ ਸਰਫੇਸ ਵੈਕਟਰ ਨੂੰ ਏਰੀਆ ਵੈਕਟਰ ਨੂੰ ਮਤਲਬ ਆ ਪਲੇਨ ਆ ਤਾਂ ਆ ਜਿਹੜਾ ਵੈਕਟਰ ਆ ਇਹ ਸਰਫੇਸ ਦੇ ਨਾਰਮਲੀ ਬਾਹਰ ਨੂੰ ਔਰ ਇਧਰੋਂ ਗ੍ਰੀਨ ਮਾਰਕਰ ਇਲੈਕਟ੍ਰਿਕ ਫੀਲਡ ਨੂੰ ਰਿਪਰੈਜ਼ੈਂਟ ਕਰਦਾ ਹੁਣ ਜੇ ਇਸ ਤਰੀਕੇ ਨਾਲ ਇਲੈਕਟ੍ਰਿਕ ਫੀਲਡ ਆ ਰਹੀ ਆ ਤਾਂ ਇਹਦੇ ਵਿੱਚੋਂ ਪਾਸ ਆਊਟ ਹੋ ਰਹੀ ਆ ਤਾਂ ਇੱਥੇ ਜਦੋਂ ਇਸ ਤਰੀਕੇ ਨਾਲ ਆ ਰਿਹਾ ਤੇ ਦੋਨਾਂ ਵਿੱਚ ਜਿਹੜਾ ਐਂਗਲ ਆ ਉਹ ਦੋਨਾਂ ਦੀ ਡਾਇਰੈਕਸ਼ਨ ਸੇਮ ਆ ਔਰ ਜੇ ਦੋਨਾਂ ਇਸ ਤਰੀਕੇ ਨਾਲ ਸਾਡੇ ਕੋਲ ਸੀਗਾ ਇਸ ਤਰੀਕੇ ਨਾਲ ਆ ਸਾਡੇ ਕੋਲ ਨਾਰਮਲ ਸੀ ਤਾਂ ਇਲੈਕਟ੍ਰਿਕ ਫੀਲਡ ਆ ਰਹੀ ਹੁਣ ਦੋਨਾਂ ਸਾਡੇ ਕੋਲ ਇਲੈਕਟ੍ਰਿਕ ਫੀਲਡ ਔਰ ਸਰਫੇਸ ਯੂਨਿਟ ਵੈਕਟਰ ਜਿਹੜਾ ਉਹਦੀ ਜਿਹੜੀ ਡਾਇਰੈਕਸ਼ਨ ਆ ਬਿਲਕੁਲ ਸੇਮ ਆ ਮਤਲਬ ਜੇ ਉਹਨਾਂ ਦੀ ਡਾਇਰੈਕਸ਼ਨ ਸਾਡੇ ਪਾਸ ਕੀ ਆ ਸੇਮ ਆ ਤਾਂ ਇਹ ਚੋਂ ਮੈਕਸਿਮਮ ਇਲੈਕਟ੍ਰਿਕ ਫਲਕਸ ਪਾਸ ਹੋਣਾ ਇਹ ਚੋਂ ਪਾਸ ਹੋ ਰਿਹਾ ਆ ਠੀਕ ਹੈ ਇਹਦਾ ਮਤਲਬ ਸਾਡੇ ਪਾਸ ਇੱਥੇ ਇੱਕ ਕੰਡੀਸ਼ਨ ਪੈਦਾ ਹੁੰਦੀ ਪਈ ਆ ਫਸਟ ਇੱਕ ਇਹ ਕੰਡੀਸ਼ਨ ਪੈਦਾ ਹੋ ਰਹੀ ਆ ਇਫ ਥੀਟਾ ਇਜ਼ ਇਕੁਅਲ ਟੂ 0 ਡਿਗਰੀ ਜੇ ਦੋਨਾਂ ਦੀ ਡਾਇਰੈਕਸ਼ਨ ਸੇਮ ਆ ਦੈਨ ਫਲਕਸ ਹੈਗੀ ਆ ਮਤਲਬ ਇਟ ਨਾਟ ਬੀ ਇਕੁਅਲ ਟੂ 0 ਮੈਕਸਿਮਮ ਆ ਨਹੀਂ ਆ ਉਹ ਬਾਅਦ ਵਿੱਚ ਗੱਲ ਕਰਦੇ ਹਾਂ ਓਕੇ ਇੱਥੇ ਹੁਣ ਮੈਂ ਇੱਕ ਹੋਰ ਕੇਸ ਡਿਸਕਸ ਕਰਦਾ ਕਿ ਹੁਣ ਮੈਂ ਕੀ ਕਰਦਾ ਕਿ ਆਪਣਾ ਜਿਹੜੇ ਪਹਿਲਾਂ ਇੱਧਰ ਨੂੰ ਸੀਗਾ ਇਹਨੂੰ ਮੈਂ ਘੁਮਾ ਕੇ ਇਸ ਤਰੀਕਾ ਉੱਪਰ ਨੂੰ ਕਰ ਲੈਂਦਾ ਬਟ ਹੁਣ ਇਲੈਕਟ੍ਰਿਕ ਫੀਲਡ ਲਾਈਨ
इलैक्ट्रिक फील्ड लाइन उस तरीके नाल इधरों आ रही है बट हुण वो इस सरफेस चों पास नहीं आउट हो रही ठीक है, वो सीधी जा रही है सरफेस इस तरीके नाल पिया। इहदा मतलब हुण जिहड़ा साडे कोल सरफेस वैक्टर एस आ ठीक है, एरिया वैक्टर आ और जिहड़ी इलैक्ट्रिक फील्ड आ उह एंगल कितना बन रहा है इत्थे 90 डिग्री। इहदा मतलब जो मैं एंगल थीटा इन्हां दोनों दे विच 90 डिग्री लिया बी पार्ट इफ थीटा इज इक्वल टू 90 डिग्री इन देन जिहड़ी फ्लक्स आ वो इक्वल टू 0 आ, कोई इलैक्ट्रिक फील्ड लाइन से पास नहीं हो रही और जिहड़ा कंपोनेंट ये गल ते बैठदा पिया आ वो कॉस है। मतलब इन दिस जिहड़ी इलैक्ट्रिक फील्ड आ वो डायरेक्टली प्रोपोर्शनल आ cos थीटा, थीटा इज एंगल बिटवीन कादे कादे विच एस वेक्टर एंड इलैक्ट्रिक फील्ड इन्हां दोनों विच ठीक है। ओके ਇਹਦਾ मतलब ਸਾਡੇ ਕੋਲ ਜਿਹੜੀ ਹੁਣ ਇਲੈਕਟ੍ਰਿਕ ਫਲਕਸ ਇਲੈਕਟ੍ਰਿਕ ਫੀਲਡ ਨਹੀਂ ਇਲੈਕਟ੍ਰਿਕ ਫਲਕਸ ਹੁਣ ਜਿਹੜੀ ਇਲੈਕਟ੍ਰਿਕ ਫਲਕਸ ਆ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਕਾਦੇ cos ਥੀਟਾ ਦੇ। ਇਹ ਸਾਡੇ ਕੋਲ ਥਰਡ ਕੰਪੋਨੈਂਟ ਹੋ ਗਿਆ। ਫਰਸਟ ਕਿ ਜਿਹੜੀ ਇਲੈਕਟ੍ਰਿਕ ਫਲਕਸ ਆ ਡਾਇਰੈਕਟਲੀ ਪ੍ਰੋਪੋਰਸ਼ਨਲ ਇਲੈਕਟ੍ਰਿਕ ਫੀਲਡ ਦੇ, ਜਿੰਨੀ ਜ਼ਿਆਦਾ ਇਲੈਕਟ੍ਰਿਕ ਫੀਲਡ ਹੋਏਗੀ ਉਨੀ ਜ਼ਿਆਦਾ ਇਲੈਕਟ੍ਰਿਕ ਫਲਕਸ ਹੋਏਗੀ। ਸੈਕੰਡ ਕਿ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਆ ਕਾਦੇ ਮੇਰਾ ਬੇਟਾ एरिया दे, जिन्ना ज्यादा एरिया होएगा उन्नी ज्यादा फ्लक्स होएगी। और थर्ड जिहड़ी फ्लक्स आ हुणी मैं दस्सिया कि वो एंगल ते डिपेंड करती है, मतलब इलैक्ट्रिक फील्ड और सरफेस किस तरीके नाल एक दूसरे नाल पै होए ने किस पोजीशन ते ने उत्ते डिपेंड करदी कि कितनी फ्लक्स इहदे विचों पास आउट होएगी, कितनी इलैक्ट्रिक फील्ड लाइंस मेरा बेटा इह चों पास आउट होणीआं, कितनी फ्लक्स होएगी ठीक है। जे मैं इहदी पोजीशन चेंज करी जावां दा थीटा चेंज हो जाना, तो जे मैं इत्थे थीटा दी वैल्यू भरां ते cos दे नाल वो फ्लक्स डायरेक्टली प्रोपोर्शनल होनी है। दैन ਅਸੀਂ ਹੁਣ ਕੀ ਕਹਿ ਸਕਦੇ ਕਿ ਜਿਹੜੀ ਫਲਕਸ ਆ ਉਹ ਡਾਇਰੈਕਟਲੀ ਆ ਕਾਦੇ ਮੇਰਾ ਬੇਟਾ E ਦੇ ਏਰੀਆ ਦੇ ਜਾਂ ਸਰਫੇਸ ਦੇ ਠੀਕ ਹੈ। ਆਪਾਂ ਏਰੀਆ ਐਸ ਸਰਫੇਸ ਨਾਲ ਡੀਲ ਕਰਦੇ ਹਾਂ। ਮੈਜੋਰਿਟੀ ਬੁక్స్ ਵਿੱਚ ਸਰਫੇਸ ਲਿਆ ਐਸ ਲਿਖਿਆ ਹੋਇਆ ਹੈ, ਅੱਗੇ ਵੀ ਜਾ ਕੇ ਅਸੀਂ ਐਸ ਹੀ ਲਿਖਾਂਗੇ ਤਾਂ ਕੋਈ ਡਿਫਰੈਂਸ ਨਹੀਂ ਹੈ, ਕੋਈ ਚੇਂਜ ਨਹੀਂ ਹੈ। ਥਰਡ ਸਾਡੇ ਕੋਲ ਕੀ ਹੈ ਇੱਥੇ cos ਥੀਟਾ डायरेक्टली साइन हटा के मैं कांस्टेंट लाना और कांस्टेंट दी जेडी वैल्यू है सिस्टम चो कितनी है 1 आ साडे को साडा एक्सप्रेशन आ गया कि जेडी फ्लक्स है तीन गल्लां ते E S cos थीटा। जे मैं इन वेक्टर फॉर्म लिखां ते मैं लिखांगा सानू पता कि cos थीटा हटा के की लगना डॉट लगना और दो वेक्टर दे विचला डॉट प्रोडक्ट स्केलर क्वांटिटी दे इक्वल हुंदा है। इसदा मतलब इत्थे जेडी साडे कोल इलैक्ट्रिक फ्लक्स आ वो कादे इक्वल आ गई है स्केलर क्वांटिटी दे इक्वल आ गई है। आ साडा अज दा मेन एक्सप्रैशन। असी फिर दोबारा गल करते हैं मेरा बेटा अपनी कहानी पे कि साडे पास है कि कितनी इलैक्ट्रिक फ्लक्स जेडी किसी सरफेस दी आ, मतलब कितनी इलैक्ट्रिक फील्ड लाइंस किसी सरफेस चो पास होंदी हैं वो डायरेक्टली है कि इलैक्ट्रिक फील्ड जितनी ज्यादा स्ट्रांग इलैक्ट्रिक फील्ड है ज्यादा इलैक्ट्रिक फील्ड है तो ज्यादा इलैक्ट्रिक फील्ड लाइंस है तो ज्यादा पास होनी है, घट इलैक्ट्रिक फील्ड लाइंस है तो घट पास होनी है, ज्यादा एरिया ते ज्यादा पास होनी, घट एरिया ते घट पास होनी। इन्हां दोनों नूं समझण दे लई साडे कोल है कि कई सरफेस दियां एरिया वैक्टर लिया और एक असीं इलैक्ट्रिक फील्ड लई उन्हां दोनों च एंगल कितना बनदा। और याद रखना कि सरफेस जिहड़ा वैक्टर आ हमेशा जिहड़ा साडे कोल प्लेन आ इस सरफेस दा 90 डिग्री होना आउटवर्ड होना चाहिए ते इलैक्ट्रिक फील्ड दे विच मान लिया कि थीटा एंगल आ ते मैं एक केस करके देखिया कि जे थीटा 0 है ना ठीक है ओके ਜਾਂ ਉਹ ਲੈਸ ਦੈਨ 90 ਡਿਗਰੀ ਆ ਜਾਂ ਅਸੀਂ ਕਹਿ ਸਕਦੇ ਕਿ ਥੀਟਾ ਡਿਗਰੀ ਇਜ਼ ਲੈਸ ਦੈਨ 90 ਡਿਗਰੀ ਦੈਨ ਇਲੈਕਟ੍ਰਿਕ ਫਲਕਸ 0 ਨਹੀਂ ਹੈਗੀ ਠੀਕ ਹੈ। ਮਤਲਬ ਕੋਈ ਨਾ ਕੋਈ ਵੈਲਿਊ ਉਹਦੀ ਹੈਗੀ ਆ ਬਟ ਜੇ ਥੀਟਾ 90 ਡਿਗਰੀ ਹੋ ਜਾਂਦਾ ਤੇ ਨਾਲ ਹੀ ਸਾਡੇ ਕੋਲ ਫਲਕਸ ਕਿੰਨੀ ਹੋ ਜਾਂਦੀ 0। ਔਰ ਜੇ ਇਦਾਂ ਦੀ ਕੰਡੀਸ਼ਨ ਆ ਜੇ ਤੇ ਉੱਥੇ ਕਿਹੜਾ ਕੰਪੋਨੈਂਟ ਹੁੰਦਾ ਹੈ cos ਦਾ ਕੰਪੋਨੈਂਟ ਹੁੰਦਾ ਹੈ ਤੇ ਆਪਾਂ ਇੱਥੇ cos ਥੀਟਾ ਲਿਖ ਲਿਆ ਤੇ ਡਾਇਰੈਕਟਲੀ ਥਰਡ ਕੰਪੋਨੈਂਟ ਸਾਡੇ ਕੋਲ cos ਥੀਟਾ ਆ ਗਿਆ ਤੇ ਅਸੀਂ ਇਹ ਤਿੰਨ ਗੱਲਾਂ ਦੇ ਰਿਲੇਸ਼ਨ ਲਿਖ ਕੇ ਬਾਅਦ ਚ ਨੂੰ ਡਾਟ ਪ੍ਰੋਡਕਟ ਲੈ ਲਿਆ। ਇਹ ਫਾਈਂਡ ਆਊਟ ਕੀਤਾ ਕਿ फ्लक्स एक स्केलर क्वांटिटी ऑब्वियस एक नंबर ऑफ इलेक्ट्रिक फील्ड लाइंस और नंबर एक स्केलर क्वांटिटी हमारे पास ये साडे कोल सीगा कि इलेक्ट्रिक फ्लक्स की हुंदी हैगी आ। ਇਹਦੇ ਵਿੱਚ ਹੀ ਅੱਗੇ ਜੇ ਆਪਾਂ ਇੱਕ ਚੀਜ਼ ਡਿਸਕਸ ਕਰੀਏ ਜਿਹੜੀ ਕਿ ਸਾਡੇ ਕੋਲ ਗੌਸ ਲਾ ਦੇ ਵਿੱਚ ਇਸਤੇਮਾਲ ਹੋਣੀ ਹੈ ਇੰਪੋਰਟੈਂਟ ਆ ਕਿਉਂਕਿ ਨੈਕਸਟ ਕਨਸੈਪਟ ਸਾਡਾ ਗੌਸ ਲਾ ਹੀ ਹੈ ਔਰ ਉਹਦੇ ਨਾਲ ਦੀ ਐਪਲੀਕੇਸ਼ਨ ਆ ਔਰ ਉਹਦੇ ਲਈ ਇਹ ਚੀਜ਼ ਸਮਝਣੀ ਜ਼ਿਆਦਾ ਜ਼ਰੂਰੀ ਹੈ। ਮੈਂ ਇੱਕ
क्लोज सरफेस लेना। क्लोज सरफेस मतलब बंद आ, और वो जरूरी नहीं हैगा, एक गल समझने की कोशिश करो कि वो एक पर्टिकुलर शेप का ही होएगा, ठीक है ना मेरा बेटा, किसी भी रैंडम शेप का हो गया। क्लीयर है मेरा बेटा। हुण कि मैं एक चो कह दिता कि इस तरीके ना इस विचों इलैक्ट्रिक फील्ड पास आउट हो रही सी, ठीक है, इस तरीके ना साढ़े पास इस तरीके ना इलैक्ट्रिक फील्ड लाइन्स पास आउट हो रही हैं। ओके, बखरे बखरे में पूरा क्लोज, याद रखना है पूरा क्लोज आ। इत्थे जेडी फ्लक्स कही जाएगी कि इत्थे फ्लक्स कितनी है, वो सेम उस तरीके ना कि ई मैं इत्थे डॉट ds सरफेस लवांगा। मान लो कि इत्थे मैं एक समझाना, एक एलीमेंटरी सरफेस ले लिया इस तरीके ना, उस पॉइंट ते ओदा यूनिट वेक्टर एलीमेंटरी ds इस तरीके ना वार नु आ इलेक्ट्रिक फील्ड ते इस पॉइंट जेड़ा थीटा है दैट्स लेस देन 90 डिग्री। और इदां ही मैं इस नु भी नहीं लेना, ऊपर डिफाइन कर दा कि इस पॉइंट ते मैं एक और सरफेस लिया और ओदी भी मैं ds एलीमेंटरी सरफेस लिया और इधर नु इलेक्ट्रिक फील्ड उत्थे भी थीटा इज लेस देन 90 डिग्री। इदी मैं एक स्मॉल एलिमेंट सरफेस इस पॉइंट ते लिया और एदा भी बाहर नु। हुण इलेक्ट्रिक फील्ड की डायरेक्शन आया, ये याद रखना, और इत्थे जेड़ा एंगल थीटा दैट इज ग्रेटर देन 90 डिग्री। और जे मैं इत्थे एक एलीमेंटरी सरफेस लवां ते ओदा मैं इधर नु ds d थीटा लवां ते इलेक्ट्रिक फील्ड की डायरेक्शन आए तो दिस वन थीटा इज आल्सो ग्रेटर देन 90 डिग्री। ओके, हुण इत्थे जेडी फ्लक्स आ वो नेगेटिव होएगी और इस टर्मिनल ते जेड़ा फ्लक्स आ वो पॉजिटिव होएगी। वो तो सानू समझ आ ही जाएगा कि जदों ਅਸੀਂ cos थीटा पुट करांगे ग्रेटर देन 90 वो नेगेटिव होएगा और जे ਅਸੀਂ ਲੈਸ ਦੇਨ 90 पुट करांगे वो पॉजिटिव होएगा। ਹੁਣ कि ਅਸੀਂ ਕਹਾਂਗੇ कि फ्लक्स टोटल फ्लक्स जी इतने एलीमेंटरी सरफेस एलीमेंटरी फ्लक्स का पता लग ही जाएगा कि मैं जे सिर्फ इन्ने एक सरफेस दे लिए फ्लक्स फाइंड आउट करा ते वो एलीमेंटरी फ्लक्स होएगी वो कितनी होएगी कि कितनी इलेक्ट्रिक फील्ड इस एलीमेंटरी सरफेस दे विचों की आ पास होगी। मतलब E ds cos थीटा, थीटा दी वैल्यू पुट करो, एलीमेंटरी सरफेस की ना पुट करो, इलेक्ट्रिक फील्ड दी वैल्यू कितनी है तो ਤੁਹਾਡੇ ਕੋਲ इलेक्ट्रिक फ्लक्स आ जाएगी। बट जे मैं पूरे क्लोज सरफेस ਲਈ जो मेरे लिए अगे जरूरी है कि पूरे क्लोज सरफेस ਲਈ फाइंड आउट करना होवे कि इलेक्ट्रिक फ्लक्स कितनी है, then obvious है क्लोज सरफेस ਲਈ टोटल ਜਿਹੜੀ फ्लक्स ਆ ਉਹ ਸਾਡੇ ਕੋਲ ਹੋਏਗੀ ਕਿ ਅਸੀਂ ਇੰਟੈਗਰਲ ਲੈਣਾ। ਹੁਣ ਇਹ ਇੰਟੀਗ੍ਰੇਸ਼ਨ ਦਾ ਸਾਈਨ ਹੈ, ਇੰਟੈਗਰਲ ਦਾ ਸਾਈਨ ਹੈ। ਆ क्लोज ਕਰਨ ਦਾ मतलब ਕਿ ਅਸੀਂ ਇੱਥੇ ਰਿਪਰੈਜ਼ੈਂਟ ਕਰ ਰਹੇ ਹਾਂ ਕਿ ਜਿਹੜਾ ਅਸੀਂ ਸਰਫੇਸ ਲੈ ਰਹੇ ਹਾਂ, ਜਿਹੜੀ ਅਸੀਂ ਐਲੀਮੈਂਟਰੀ ਸਰਫੇਸ ਲੈ ਰਹੇ ਹਾਂ, ਕਾਹਦਾ ਐਲੀਮੈਂਟਰੀ ਸਰਫੇਸ ਕਿਸੇ क्लोज ਸਰਫੇਸ ਦਾ ਆ ਤੇ ਉਹਦੀ ਇੰਟੀਗ੍ਰੇਸ਼ਨ ਕਰਕੇ ਅਸੀਂ ਉਹਨੂੰ ਪੂਰਾ ਸੋਲਵ ਕਰਕੇ ਫਾਈਂਡ ਆਊਟ ਕਰ ਸਕਦੇ ਆ। ਇਹਨੂੰ ਅਸੀਂ ਅੱਗੇ ਇਸਤੇਮਾਲ ਕਰਨਾ, ठीक है। फिर दोबारा दस रहा है कि बॉडी देखो बॉडी क्लोज लई है, ठीक है, और क्लोज सरफेस दे लई क्लोज सरफेस दी इंटीग्रल E डॉट ds ਉਹ ਅਸੀਂ ਫਲਕਸ ਇਸ ਤਰੀਕੇ ਨਾਲ ਫਾਈਂਡ ਆਊਟ ਕਰ ਸਕਦੇ ਹਾਂ। ਇਹ ਸਾਡੇ ਕੋਲ ਅੱਜ ਦਾ ਕਨਸੈਪਟ ਸੀਗਾ ਇਲੈਕਟ੍ਰਿਕ ਫਲਕਸ। ਇਹਦੇ ਨਾਲ ਦਾ ਟੌਪਿਕ ਅਸੀਂ ਡਿਸਕਸ ਕਰਾਂਗੇ ਨੈਕਸਟ ਗੌਸ ਲਾਜ਼, ਗੌਸ ਥਿਊਰਮਸ ਔਰ ਉਹਦੀਆਂ ਐਪਲੀਕੇਸ਼ਨਸ।